हे फ्रेंड्स 12वीं वालिਆਂ ਦਾ 14 ਤਰੀਕ ਨੂੰ ਪੇਪਰ ਹੈ ਇਕਨੋਮਿਕਸ ਦਾ। ਆਪਾਂ ਮੋਸਟ ਇੰਪੋਰਟੈਂਟ ਕੁਐਸਚਨਸ ਕਹਿ ਸਕਦੇ ਹਾਂ ਲੈ ਕੇ ਆਏ ਜੋ ਤੁਹਾਨੂੰ ਪੇਪਰ ਵਿੱਚ ਆਮ ਦੇਖਣ ਨੂੰ ਮਿਲ ਜਾਣਾ ਆ। ਪਾਰਟ 2 ਬਣਾਏ ਹੋਏ ਦੇ ਤਾਂ ਪਾਰਟ ਜਿਨ੍ਹਾਂ ਨੇ ਇੱਕ ਪਹਿਲਾਂ ਨਹੀਂ ਦੇਖਿਆ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ, ਜਾ ਕੇ ਵਾਚ ਕਰ ਲਿਓ। ਤੇ ਇਹ ਪਾਰਟ ਸੈਕੰਡ ਆ। ਹੁਣ ਆਪਾਂ ਸਟਾਰਟ ਕਰਦੇ ਹਾਂ। ਜੇ ਚੈਨਲ ਤੇ ਨਿਊ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਫਰੈਂਡਸ ਨਾਲ ਵੀਡੀਓ ਨੂੰ ਸ਼ੇਅਰ ਕਰ ਲਿਓ। ਇਹ ਆਪਾਂ ਪਹਿਲਾਂ ਕਰ ਚੁੱਕੇ ਹਾਂ ਪਾਰਟ 1 'ਚ। ਸੋ ਹੁਣ ਆਪਾਂ ਇੱਥੋਂ ਸਟਾਰਟ ਕਰਾਂਗੇ। ਆਪਾਂ ਲੌਂਗ 'ਤੇ ਆ ਗਏ ਸੀ। ਦੋ ਖੇਤਰੀ ਮਾਡਲ ਵਿੱਚ ਆਮਦਨ ਦੇ ਚੱਕਰੀ ਪ੍ਰਵਾਹ ਦਾ ਵਰਣਨ ਕਰੋ। ਤਾਂ ਇਹਦਾ ਕੁਐਸਚਨ ਹੈ ਤੁਹਾਡਾ, ਆਪਣਾ ਆਨਸਰ ਆ ਜਾਣਾ। ਆ ਡਾਇਗਰਾਮ ਜ਼ਰੂਰ ਬਣਾਇਓ, ਤੁਹਾਨੂੰ ਨੰਬਰ ਅਲੱਗ ਤੋਂ ਮਿਲ ਜੂਗਾ। ਇੱਕ ਅਰਥ ਵਿਵਸਥਾ ਵਿੱਚ ਦੋ ਖੇਤਰੀ ਪਰਿਵਾਰਿਕ ਖੇਤਰ ਅਤੇ ਫਰਮਾਂ ਉਤਪਾਦਨ ਖੇਤਰ ਹਨ। ਪਰਿਵਾਰਿਕ ਖੇਤਰ ਤੋਂ ਉਤਪਾਦਨ ਦੇ ਸਾਧਨ ਭੂਮੀ, ਕਿਰਤ, ਪੂੰਜੀ ਅਤੇ ਸੰਗਠਨ ਕੰਮ ਕਰਨ ਲਈ ਫਰਮਾਂ ਵਿੱਚ ਜਾਂਦੇ ਹਨ। ਫਰਮਾਂ ਵਿੱਚ ਮਤਲਬ ਫਰਮਾਂ ਵਿੱਚ। ਇਸ ਨਾਲ ਵਸਤਾਂ ਅਤੇ ਸੇਵਾਵਾਂ ਦਾ ਉਤਪਾਦਨ ਹੁੰਦਾ ਹੈ। ਫਰਮਾਂ ਦੁਆਰਾ ਉਤਪਾਦਨ ਦੇ ਸਾਧਨ ਨੂੰ ਲਗਾਨ, ਮਜ਼ਦੂਰੀ, ਵਿਆਜ ਦੇ ਰੂਪ ਵਿੱਚ ਭੁਗਤਾਨ ਕੀਤਾ ਜਾਂਦਾ ਹੈ ਅਤੇ ਫਰਮ ਨੂੰ ਲਾਭ ਹੁੰਦਾ ਹੈ। ਉਤਪਾਦਨ ਦੇ ਸਾਧਨ ਆਪਣੀ ਆਮਦਨ ਵਸਤਾਂ ਅਤੇ ਸੇਵਾਵਾਂ ਉੱਪਰ ਖਰਚ ਕਰਦੇ ਹਨ। ਇਸ ਨਾਲ ਫਰਮਾਂ ਨੂੰ ਆਮਦਨ ਹੁੰਦੀ ਹੈ ਅਤੇ ਉਹਨਾਂ ਦੀਆਂ ਉਤਪਾਦਨ ਵਸਤਾਂ ਵਿਕ ਜਾਂਦੀਆਂ ਹਨ। ਇਸ ਨੂੰ ਇੱਕ ਰੇਖਾ ਚਿੱਤਰ ਦੁਆਰਾ ਸਪਸ਼ਟ ਕੀਤਾ ਜਾ ਸਕਦਾ ਆ। ਆ ਤੁਹਾਡਾ ਡਾਇਗਰਾਮ ਜੋ ਹੈ ਉਹ ਦੇਖ ਸਕਦੇ ਹੋ ਤੁਸੀਂ, ਓਕੇ ਨਾ। ਆ ਤੁਹਾਡਾ ਡਾਇਗਰਾਮ ਆ, ਕਿਵੇਂ ਤੁਸੀਂ ਡਾਇਗਰਾਮ ਬਣਾਉਣਾ ਹੈ। ਸਾਧਨ, ਸੇਵਾਵਾਂ, ਭੂਮੀ, ਕਿਰਤ, ਪੂੰਜੀ, ਉਦਮੀ ਸਾਰਾ ਦੇਖ ਲੈਣਾ ਤੁਸੀਂ। ਪਰਿਵਾਰਿਕ ਖੇਤਰ, ਉਤਪਾਦਨ ਖੇਤਰ ਜਾਂ ਫਰਮਾਂ, ਵਸਤੂਆਂ ਅਤੇ ਸੇਵਾਵਾਂ 'ਤੇ ਖਰਚ। ਬਸ ਇੱਕ ਵਾਰੀ ਨਾ ਇੱਕ ਦੋ ਵਾਰੀ ਬਣਾ ਕੇ ਦੇਖ ਲਿਓ ਡਾਇਗਰਾਮ, ਤੁਹਾਨੂੰ ਸਮਝ ਲੱਗ ਜਾਣਾ ਇਹ ਗੱਲ। ਇਸ ਤੋਂ ਬਾਅਦ ਜਾਂ ਇਹ ਕਰਨਾ ਸੀ ਤੁਸੀਂ ਕਿ ਇੱਕ ਆਰਥਿਕਤਾ ਵਿੱਚ ਰਾਸ਼ਟਰੀ ਆਮਦਨ 40,000 ਕਰੋੜ ਹੈ ਅਤੇ ਸੀਮਾਤ ਉਪਭੋਗ ਪ੍ਰਵਿਰਤੀ MPC 0.50 ਹੈ। ਜੇਕਰ 1200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਂਦਾ ਹੈ ਤਾਂ ਕੁੱਲ ਕੁਦਰਤੀ ਆਮਦਨ ਕਿੰਨੀ ਹੋਵੇਗੀ। ਤਾਂ ਜੋ ਤੁਹਾਡਾ ਹੈ ਰਾਸ਼ਟਰੀ ਆਮਦਨ ਲਿਖ ਦੇਣਾ ਕਿੰਨਾ ਆ, ਜੋ ਕੁੱਲ ਹੈ। ਸੀਮਾਤ ਉਪਭੋਗ ਪ੍ਰਵਿਰਤੀ ਤੇ MPC ਕਿੰਨਾ ਦੱਸਿਆ ਸੀ ਉਹਨਾਂ ਨੇ, ਉਹ ਲਿਖ ਕੇ ਨਵਾਂ ਨਿਵੇਸ਼ ਜੋ ਨਵਾਂ ਐਡ ਕੀਤਾ ਸੀਗਾ 1200 ਕਰੋੜ। ਅਤੇ ਅਸੀਂ ਜਾਣਦੇ ਹਾਂ ਕਿ ਆਹ ਫਾਰਮੂਲਾ ਤੁਹਾਨੂੰ ਲਿਖ ਕੇ ਯਾਦ ਕਰਨਾ ਪੈਣਾ। ਭਾਵ 1200 ਕਰੋੜ ਦਾ ਨਿਵੇਸ਼ ਆਮਦਨ ਨੂੰ ਦੁੱਗਣਾ ਵਧਾਵੇਗਾ। ਕੀ ਹੋ ਗਿਆ ਤੁਹਾਡਾ ਫਾਰਮਾ, ਅਤੇ ਆਹ ਫਾਰਮ ਲਗਾ ਕੇ ਇਹਨੂੰ ਦੇਖ ਲੈਣਾ ਤੁਸੀਂ, ਭਾਗ ਕਰਕੇ ਤੁਹਾਡਾ ਆਨਸਰ ਆ ਜਾਣਾ। ਕੁੱਲ ਕੁਦਰਤੀ ਆਮਦਨ ਆ ਤੁਹਾਡਾ ਆ ਜਾਣਾ ਰਾਈਟ ਆਨਸਰ, ਠੀਕ ਹੈ ਨਾ। ਇਸ ਤੋਂ ਬਾਅਦ ਹੈ ਕਿ ਕੇਂਦਰੀ ਬੈਂਕ ਦੇ ਕਿਸੇ ਵੀ 4 ਕਾਰਜਾਂ ਦੀ ਵਿਆਖਿਆ ਕਰੋ। 4 ਕਾਰਜਾਂ ਦੀ ਵਿਆਖਿਆ ਕਰੋ। ਤਾਂ ਤੁਸੀਂ ਇਹਨੂੰ ਐਕਸਪਲੇਨ ਕਰਕੇ ਇਹਨਾਂ ਹਾਈਲਾਈਟ ਕਰਕੇ ਵਧੀਆ ਤਰੀਕੇ ਨਾਲ ਲਿਖਣਾ ਆ। ਸੋ ਵਧੀਆ ਲੱਗਿਆ, ਅਟਰੈਕਟ ਲੱਗੇ ਦੇਖਣ ਨੂੰ। ਪਹਿਲਾ ਹੈ ਪੁਆਇੰਟ, ਕਰੰਸੀ ਜਾਰੀ ਕਰਨਾ। ਕੇਂਦਰੀ ਬੈਂਕਾਂ ਦਾ ਮਹੱਤਵਪੂਰਨ ਕੰਮ ਦੇਸ਼ ਵਿੱਚ ਕਰੰਸੀ ਜਾਰੀ ਕਰਨਾ ਹੁੰਦਾ ਹੈ। ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਨੋਟ ਅਤੇ ਸਿੱਕੇ ਕੇਂਦਰੀ ਬੈਂਕਾਂ ਦੁਆਰਾ ਜਾਰੀ ਕੀਤੇ ਜਾਂਦੇ ਹਨ। ਸਰਕਾਰ ਦਾ ਬੈਂਕ ਕੇਂਦਰੀ ਬੈਂਕ ਸਰਕਾਰ ਦਾ ਬੈਂਕ ਹੁੰਦਾ ਹੈ। ਸਰਕਾਰ ਦੀਆਂ ਪ੍ਰਾਪਤੀਆਂ ਕੇਂਦਰੀ ਬੈਂਕ ਵਿੱਚ ਜਮ੍ਹਾਂ ਕਰਵਾਈਆਂ ਜਾਂਦੀਆਂ ਹਨ। ਇਹ ਬੈਂਕ ਸਰਕਾਰ ਦੇ ਸਾਰੇ ਭੁਗਤਾਨ ਵੀ ਕਰਦਾ ਹੈ। ਜਦੋਂ ਸਰਕਾਰ ਮੁਦਰਾ ਦਾ ਸੰਕਟ ਸਹਿਣ ਕਰਨਾ ਪੈਂਦਾ ਹੈ ਤਾਂ ਅਲਪਕਾਲੀਨ ਕਰਜ਼ੇ ਦੀ ਸਹੂਲਤ ਕੇਂਦਰੀ ਬੈਂਕ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਇਹ ਇੱਥੋਂ ਰਾਈਟ ਆਨਸਰ ਹੋ ਜਾਣਾ। ਇਸ ਤੋਂ ਬਾਅਦ ਹੈ ਕਿ ਬੈਂਕਾਂ ਦਾ ਬੈਂਕ ਕੇਂਦਰੀ ਬੈਂਕ ਵਪਾਰਿਕ ਬੈਂਕਾਂ ਦਾ ਬੈਂਕ ਵੀ ਹੁੰਦਾ ਹੈ। ਵਪਾਰਿਕ ਬੈਂਕਾਂ ਨੂੰ ਲਾਜ਼ਮੀ ਤੌਰ 'ਤੇ ਜਮ੍ਹਾਂ ਖਾਤੇ ਦੀ ਨਿਸ਼ਚਿਤ ਪ੍ਰਤੀਸ਼ਤ ਰਾਸ਼ੀ ਕੇਂਦਰੀ ਬੈਂਕ ਕੋਲ ਪ੍ਰਤੀਭੂਤੀਆਂ ਪ੍ਰਾਪਤ ਕਰਕੇ ਰੱਖਣੀ ਪੈਂਦੀ ਹੈ। ਜਦੋਂ ਕਿਸੇ ਸਮੇਂ ਵਪਾਰਿਕ ਬੈਂਕ ਨੂੰ ਔਂਕੜ ਦਾ ਸਾਹਮਣਾ ਕਰਨਾ ਪੈਂਦਾ ਹੈ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਕੇਂਦਰੀ ਬੈਂਕ ਵਪਾਰਿਕ ਬੈਂਕਾਂ ਨੂੰ ਅਲਪਕਾਲੀਨ ਉਧਾਰ ਦੀ ਸਹੂਲਤ ਪ੍ਰਦਾਨ ਕਰਦਾ ਹੈ। ਚੌਥੇ ਨੰਬਰ 'ਤੇ ਆ ਗਏ ਆ ਉਧਾਰ ਨਿਯੰਤਰਣ। ਕੇਂਦਰੀ ਬੈਂਕ ਦਾ ਸਭ ਤੋਂ ਮਹੱਤਵਪੂਰਨ ਕੰਮ ਉਧਾਰ ਨਿਯੰਤਰਣ ਕਰਨਾ ਹੁੰਦਾ ਹੈ। ਦੇਸ਼ ਵਿੱਚ ਉਧਾਰ ਮੁਦਰਾ ਦੇ ਪ੍ਰਸਾਰ ਅਤੇ ਸੰਕੁਚਨ ਲਈ ਕੇਂਦਰੀ ਬੈਂਕ ਦੁਆਰਾ ਨੀਤੀ ਬਣਾਈ ਜਾਂਦੀ ਹੈ। ਇਸ ਨਾਲ ਦੇਸ਼ ਵਿੱਚ ਆਰਥਿਕ ਸਥਿਰਤਾ ਦਾ ਉਦੇਸ਼ ਪੂਰਾ ਕੀਤਾ ਜਾਂਦਾ ਹੈ।
ਇਹ ਤੁਹਾਡਾ ਰਾਈਟ ਆਨਸਰ ਆ ਜਾਣਾ। ਇਸ ਤੋਂ ਬਾਅਦ ਹੈ ਸੀ ਆਪਣਾ ਕਿ ਜਾਂ ਤੁਸੀਂ ਉਹ ਕਰਨਾ ਸੀ ਜਾਂ ਇਹ ਕਰਨਾ ਸੀ। ਇੱਕ ਚਿੱਤਰ ਦੀ ਮਦਦ ਨਾਲ ਇੱਕ ਅਰਥ ਵਿਵਸਥਾ ਵਿੱਚ ਘੱਟ ਮੰਗ ਦੀ ਸਮੱਸਿਆ ਦੀ ਸਥਿਤੀ ਦੀ ਵਿਆਖਿਆ ਕਰੋ। ਇੱਥੋਂ ਆਪਾਂ ਦੇਖ ਲੈਂਦੇ ਆਨਸਰ। ਅਭਾਵੀ ਮੰਗ ਦੀ ਸਥਿਤੀ ਉਸ ਹਾਲਤ ਵਿੱਚ ਹੁੰਦੀ ਹੈ ਜਦੋਂ ਪੂਰਨ ਰੁਜ਼ਗਾਰ ਦੇ ਪੱਧਰ ਉੱਪਰ ਕੁੱਲ ਮੰਗ ਦੀ ਕਮੀ ਪਾਈ ਜਾਂਦੀ ਹੈ। ਇਸ ਸਥਿਤੀ ਨੂੰ ਅਭਾਵੀ ਮੰਗ ਦੀ ਹਾਲਤ ਕਿਹਾ ਜਾਂਦਾ ਆ। ਰੇਖਾ ਚਿੱਤਰ ਵਿੱਚ ASAD ਦੁਆਰਾ F ਬਿੰਦੂ 'ਤੇ ਸੰਤੁਲਨ ਸਥਾਪਿਤ ਹੁੰਦਾ ਹੈ। ਇਸ ਨੂੰ ਪੂਰਨ ਰੁਜ਼ਗਾਰ ਦੀ ਸਥਿਤੀ ਕਿਹਾ ਜਾਂਦਾ ਹੈ। ਪੂਰਨ ਰੁਜ਼ਗਾਰ ਦੀ ਸਥਿਤੀ ਵਿੱਚ ਉਤਪਾਦਨ ON ਜਾਂ FN ਹੈ, ਪਰੰਤੂ ਕੁੱਲ ਮੰਗ GN ਹੈ। ਇਸ ਲਈ FN - GN ਬਰਾਬਰ FG ਨੂੰ ਅਭਾਵੀ ਮੰਗ ਕਿਹਾ ਜਾਂਦਾ ਹੈ। ਇਸ ਨੂੰ ਅਸਫੀਤੀ ਅੰਤਰ ਵੀ ਕਹਿੰਦੇ ਹਨ। ਇਸ ਤੋਂ ਬਾਅਦ ਅੱਗੇ ਸੀ ਘੱਟ ਮੰਗ ਦੀ ਸਮੱਸਿਆ ਇੱਕ ਗੰਭੀਰ ਸਮੱਸਿਆ ਹੈ ਜਿਸ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਵੱਧਦੀ ਹੈ, ਮੰਦਾ ਫੈਲਦਾ ਹੈ, ਉਤਪਾਦਨ ਅਤੇ ਆਮਦਨ ਘਟਦੇ ਹਨ। ਇਸ ਕਾਰਨ ਦੇਸ਼ ਵਿੱਚ ਪੂਰਨ ਰੁਜ਼ਗਾਰ ਤੋਂ ਪਹਿਲਾਂ ਹੀ ਸੰਤੁਲਨ ਵੱਟ ਜਾਂਦਾ ਹੈ, ਪਰ ਇਹ ਸੰਤੁਲਨ ਤਸੱਲੀ ਬਖਸ਼ ਨਹੀਂ ਹੁੰਦਾ। ਇਸ ਨੂੰ ਠੀਕ ਕਰਨ ਲਈ ਸਰਕਾਰੀ ਦਖਲਅੰਦਾਜ਼ੀ ਜ਼ਰੂਰੀ ਹੈ ਅਤੇ ਮੌਦਰਿਕ ਨੀਤੀ ਦਾ ਉਚਿਤ ਹੋਣਾ ਵੀ ਲਾਜ਼ਮੀ ਹੈ। ਤੀਸਰੇ ਨੰਬਰ 'ਤੇ ਜੋ ਕੁਐਸਚਨ ਸੀ ਆਪਣਾ, ਦੇਖੋ ਆਪਾਂ ਨਾ ਆਪਸ਼ਨ ਵਾਲੇ ਵੀ ਕਰ ਰਹੇ ਹਾਂ ਨਾਲ ਦੀ ਨਾਲ, ਸੋ ਇਹਨਾਂ ਵਿੱਚ ਉਮੀਦ ਆ ਕਿ ਕਾਫੀ ਹੱਦ ਤੱਕ ਪ੍ਰਸ਼ਨ ਤੁਹਾਨੂੰ ਆ ਜਾਣਗੇ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ 1947 ਵਿੱਚ ਭਾਰਤੀ ਅਰਥ ਵਿਵਸਥਾ ਵਿੱਚ ਖੜੋਤ ਵਾਲੀ ਅਰਥ ਵਿਵਸਥਾ ਸੀ? ਭਾਰਤ ਦੀ ਆਜ਼ਾਦੀ ਸਮੇਂ ਦੇਸ਼ ਦੀ ਅਰਥ ਵਿਵਸਥਾ ਗਤੀਹੀਨ ਜਾਂ ਖੜੋਤ ਵਾਲੀ ਅਰਥ ਵਿਵਸਥਾ ਸੀ। ਮਤਲਬ ਕੋਈ ਨਾ ਅੱਗੇ ਨਾ ਪਿੱਛੇ, ਕੁਛ ਵੱਧ ਨਹੀਂ ਰਿਹਾ ਵਾ, ਹੈ ਨਾ ਵੀ। ਗਤੀਹੀਨ ਹੁੰਦਾ ਤਰੱਕੀ ਨਾ ਕਰਨਾ ਜਾਂ ਉੱਥੇ ਦਾ ਉੱਥੇ ਖੜਾ ਰਹਿਣਾ। ਆਰਥਿਕ ਵਿਕਾਸ ਦੀ ਦਰ ਇੰਨੀ ਘੱਟ ਸੀ ਕਿ ਇਸ ਨੂੰ ਨਾ ਦੇ ਬਰਾਬਰ ਕਿਹਾ ਜਾ ਸਕਦਾ ਹੈ। ਅੰਗਰੇਜ਼ੀ ਸ਼ਾਸਨ ਦੇ 200 ਸਾਲਾਂ ਵਿੱਚ ਪ੍ਰਤੀ ਵਿਅਕਤੀ ਵਾਰਸ਼ਿਕ ਦਰ ਸਿਰਫ 0.5% ਸੀ। ਇਸ ਦਾ ਮੁੱਖ ਕਾਰਨ ਸੀ ਭਾਰਤ ਵਿੱਚ ਪਛੜੀ ਹੋਈ ਖੇਤੀਬਾੜੀ ਦੀ ਹਾਲਤ, ਜੋ ਕਿ ਵਰਖਾ 'ਤੇ ਨਿਰਭਰ ਕਰਦੀ ਸੀ। ਹੁਣ ਪਹਿਲੇ ਜ਼ਮਾਨੇ 'ਚ ਜੇ ਗੱਲ ਕਰੀਏ ਤਾਂ ਲਾਈਟ ਵਗੈਰਾ ਨਹੀਂ ਸੀ, ਤਾਂ ਖੇਤੀ ਲੋਕ ਵਰਖਾ ਮਤਲਬ ਮੀਂਹ ਦੇ ਸਹਾਰੇ ਕਰਦੇ ਸੀ ਕਿ ਕਦੋਂ ਬਾਰਿਸ਼ ਆਊ। ਹੁਣ ਵੀ ਬਿਹਾਰ ਵਿੱਚ ਜੇ ਚੱਲ ਜਾਈਏ ਹੈ ਨਾ, ਤਾਂ ਕਹਿੰਦੇ ਬਿਹਾਰ ਯੂਪੀ ਹੋ ਗਿਆ, ਇਹਨਾਂ ਵਿੱਚ ਨਾ ਹੁਣ ਵੀ ਲੋਕ ਬਾਰਿਸ਼ ਨੂੰ ਹੀ ਆਸ ਰੱਖਦੇ ਆ ਕਿ ਕਦੋਂ ਬਾਰਿਸ਼ ਹੋ ਜਾਵੇ ਤਾਂ ਫਸਲ ਵਧੀਆ ਹੋ ਜਾਊਗੀ। ਇਸ ਤੋਂ ਬਾਅਦ ਸੀ ਆਪਣਾ ਉਤਪਾਦਨ ਕਰਨ ਦੇ ਢੰਗ ਪੁਰਾਤਨ ਸਨ। ਉਦਯੋਗਾਂ ਦੀ ਘਾਟ ਸੀ। ਛੋਟੇ ਪੈਮਾਨੇ ਦੇ ਉਦਯੋਗ ਜੋ ਕਿ ਦੁਨੀਆ ਭਰ ਵਿੱਚ ਮਸ਼ਹੂਰ ਸਨ, ਉਹਨਾਂ ਦਾ ਪਤਨ ਹੋ ਗਿਆ ਸੀ। ਇਸ ਲਈ ਭਾਰਤ ਇੱਕ ਗਰੀਬ ਦੇਸ਼ ਬਣ ਕੇ ਰਹਿ ਗਿਆ। ਖੜੋਤ ਵਾਲੀ ਅਰਥ ਵਿਵਸਥਾ ਦਾ ਕਾਰਨ ਘੱਟ ਉਤਪਾਦਕਾਂ ਦਾ ਹੋਣਾ, ਤਕਨੀਕੀ ਵਿਕਾਸ ਦਾ ਨਾਮਾਤਰ ਹੋਣਾ ਅਤੇ ਅੰਗਰੇਜ਼ਾਂ ਦੀਆਂ ਭਾਰਤ ਵਿਰੋਧੀ ਨੀਤੀਆਂ ਵੀ ਸਨ। ਇਹ ਲੰਬੇ ਸਮੇਂ ਤੱਕ ਭਾਰਤੀ ਅਰਥ ਵਿਵਸਥਾ ਦੀ ਹਾਲਤ ਗਤੀਹੀਨ ਜਾਂ ਖੜੋਤ ਵਾਲੀ ਸੀ। ਇਸ ਤੋਂ ਬਾਅਦ ਜਾਂ ਤੁਸੀਂ ਉਹ ਲਿਖਣਾ ਸੀ ਜਾਂ ਇਹ ਲਿਖਣਾ ਸੀ ਕਿ ਨਵੀਂ ਉਦਯੋਗਿਕ ਨੀਤੀ 1991 ਦੀਆਂ 4 ਮੁੱਖ ਵਿਸ਼ੇਸ਼ਤਾਵਾਂ ਲਿਖੋ। ਤੇ ਇਹਦਾ ਜੋ ਰਾਈਟ ਆਨਸਰ ਆ ਜਾਣਾ ਸੀ ਆਪਣਾ, ਆਰਥਿਕ ਸੁਧਾਰਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ। ਉਦਾਰੀਕਰਨ। ਨਵੀਂ ਆਰਥਿਕ ਨੀਤੀ ਦੀ ਪਹਿਲੀ ਵਿਸ਼ੇਸ਼ਤਾ ਉਦਾਰੀਕਰਨ ਦੀ ਨੀਤੀ ਨੂੰ ਅਪਣਾਉਣਾ ਹੈ। ਉਦਾਰੀਕਰਨ ਦਾ ਭਾਵ ਉਦਯੋਗਾਂ ਅਤੇ ਵਪਾਰ ਨੂੰ ਸਰਕਾਰ ਦੀਆਂ ਗੈਰ ਜ਼ਰੂਰੀ ਪਾਬੰਦੀਆਂ ਤੋਂ ਮੁਕਤ ਕਰਾਉਣਾ ਹੈ। ਜਿਸ ਤਰ੍ਹਾਂ ਵਪਾਰ ਉਦਾਰੀਕਰਨ ਨਾਲ ਕੋਰੀਆ, ਸਿੰਗਾਪੁਰ ਆਦਿ ਘੱਟ ਵਿਕਸਿਤ ਦੇਸ਼ਾਂ ਨੇ ਆਰਥਿਕ ਵਿਕਾਸ ਕੀਤਾ ਹੈ, ਉਸੇ ਤਰ੍ਹਾਂ ਭਾਰਤ ਵੀ ਆਰਥਿਕ ਵਿਕਾਸ ਕਰ ਸਕਦਾ ਹੈ। ਇਸ ਮਤਲਬ ਲਈ ਨਵੀਂ ਉਦਯੋਗਿਕ ਨੀਤੀ 1991 ਵਿੱਚ ਉਦਾਰੀਕਰਨ ਦੀ ਨੀਤੀ ਅਨੁਸਾਰ 6 ਉਦਯੋਗਾਂ ਨੂੰ ਛੱਡ ਕੇ ਬਾਕੀ ਉਦਯੋਗਾਂ ਲਈ ਲਾਇਸੈਂਸ ਲੈਣ ਦੀ ਨੀਤੀ ਸਮਾਪਤ ਕੀਤੀ ਗਈ। ਨਵੀਂ ਨੀਤੀ ਵਿੱਚ ਪੰਜੀਕਰਨ ਯੋਜਨਾਵਾਂ ਸਮਾਪਤ ਕੀਤੀਆਂ ਗਈਆਂ ਹਨ। ਨਿੱਜੀਕਰਨ
जो आ जाना तुहाडा दूसरे नंबर ते पॉइंट है निजीकरण। जो उद्योग पहला सार्वजनिक खेतर ਲਈ ਰਾਖਵੇਂ ਸਨ ਉਹਨਾਂ ਨੂੰ ਨਿੱਜੀ ਖੇਤਰ ਲਈ ਖੋਲ੍ਹਣ ਦੀ ਨੀਤੀ ਨੂੰ ਨਿੱਜੀਕਰਨ ਦੀ ਨੀਤੀ ਕਿਹਾ ਜਾਂਦਾ ਹੈ। ਸਾर्वजनिक ਖੇਤਰ ਦੀ ਅਸਫਲਤਾ ਨੂੰ ਦੇਖਦੇ ਹੋਏ ਸਰਕਾਰ ਨੇ ਨਿੱਜੀਕਰਨ ਨੂੰ ਅੰਸ਼ਿਕ ਜਾਂ ਪੂਰਨ ਰੂਪ ਵਿੱਚ अपना लिया है। इस नीति ਨੂੰ यू टर्न ਦਾ ਨਾਮ ਦਿੱਤਾ ਗਿਆ ਹੈ, अर्थात सार्वजनिक उद्योगों का निजीकरण करना। इस तो बाद नैक्सट असीं अपना तीसरे नंबर तो पॉइंट है कि विश्वीकरण करना। विश्वीकरण एक देश का दूसरे देशों नाल मुक्त व्यापार, पूंजी आदान प्रदान ਅਤੇ ਮਨੁੱਖਾਂ ਦੀ ਗਤੀਸ਼ੀਲਤਾ ਨੂੰ ਵਿਸ਼ਵੀਕਰਨ ਕਿਹਾ ਜਾਂਦਾ ਹੈ। ਇਸ ਦਾ ਮਤਲਬ ਵਿਦੇਸ਼ੀ ਪੂੰਜੀ ਦਾ प्रयोग करके विश्व अर्थव्यवस्था ਨੂੰ शक्तिशाली बनाना है। विदेशी व्यापार ਨੂੰ ਉਤਸ਼ਾਹਿਤ करके विदेशी निवेश ਵਿੱਚ ਵਾਧਾ करना ਅਤੇ ਮਨੁੱਖੀ ਪੂੰਜੀ ਦਾ ਇੱਕ ਦੇਸ਼ ਤੋਂ ਦੂਸਰੇ ਦੇਸ਼ਾਂ ਵਿੱਚ प्रयोग करना विश्वीकरण मनुख ਦਾ ਮੁੱਖ ਉਦੇਸ਼ ਹੈ। ਇਸ ਤੋਂ ਬਾਅਦ ਚੌਥੇ ਨੰਬਰ ਤੇ ਪੁਆਇੰਟ ਹੈ ਕਿ ਰਾਜਕੋਸ਼ੀ ਅਤੇ मौद्रिक सुधार। नवी आर्थिक नीति जो है ना, सब कुछ नवा कुछ करना, कुछ ना कुछ नवा करना, नवी नीति आर्थिक। 1991 ਵਿੱਚ ਰਾਜਕੋਸ਼ੀ ਸੁਧਾਰ ਕਰਾਂ, ਸਾर्वजनिक ਖਰਚ, सार्वजनिक ऋण ਅਤੇ ਘਾਟੇ ਦੀ ਵਿੱਤ ਵਿਵਸਥਾ 'ਤੇ ਜ਼ੋਰ ਦਿੱਤਾ ਗਿਆ ਤਾਂ ਜੋ ਸਰਕਾਰੀ ਆਮਦਨ ਵੱਧ ਸਕੇ ਅਤੇ ਗੈਰ ਉਤਪਾਦਕ ਖਰਚ ਘਟ ਸਕੇ। ਇਸੇ ਤਰ੍ਹਾਂ ਮੌਦਰਿਕ ਸੁਧਾਰ CRR, SLR, BR ਆਦਿ ਕੀਤੇ ਗਏ ਤਾਂ ਜੋ कीमतां विच स्थिरता हो सके ਅਤੇ बैंकों की कार्यकुशलता बढ़ सके। ये राइट आंसर हो जाना। इस तो बाद नैक्सट अपना कि भारत विच पेंडू करजे दीयां समस्यावां नूं हल करन लई कोई 4 उपाय सुझाओ। इत्थों अपना आंसर आ जाना सहकारी मंडीकरण सभावां। पहला पॉइंट है करजे ਅਤੇ सहकारी मंडीकरण सभावां दा एकीकरण होना ਚਾਹੀਦਾ ਹੈ। ਇਸ ਤਰ੍ਹਾਂ ਜਦੋਂ ਕਿਸਾਨ ਸਹਿਕਾਰੀ ਮੰਡੀਆਂ ਵਿੱਚ ਆਪਣੀ ਫਸਲ ਵੇਚਣਗੇ ਤਾਂ ਉਹਨਾਂ ਨੂੰ ਕਰਜ਼ ਵਾਪਸ ਕਰਨਾ ਪਵੇਗਾ। ਇਸ ਤੋਂ ਬਾਅਦ ਹੈ ਕਿ ਨੈਕਸਟ ਆਪਣਾ ਕਰਜ਼ ਦੀ ਸੌਖੀ ਅਤੇ ਵੱਧ ਸਹੂਲਤ। ਕਰਜ਼ ਪ੍ਰਣਾਲੀ ਨੂੰ ਪਿੰਡਾਂ ਲਈ ਸੌਖਾ ਬਣਾਇਆ ਜਾਵੇ। ਸਾਹੂਕਾਰਾਂ ਦੀ ਪ੍ਰਸਿੱਧੀ ਦਾ ਕਾਰਨ ਸੌਖਾ ਕਰਜ਼ ਅਤੇ ਵੱਧ ਕਰਜ਼ ਹੈ। ਗੈਰ ਲੋੜੀਂਦੀਆਂ ਰਸਮਾਂ ਨੂੰ ਘਟਾਇਆ ਜਾਵੇ। ਬੈਂਕਾਂ ਅਤੇ ਸਹਿਕਾਰੀ ਸਭਾਵਾਂ ਦੀ ਪੂੰਜੀ ਵਧਾ ਕੇ ਪੇਂਡੂ ਲੋਕਾਂ ਨੂੰ ਵੱਧ ਕਰਜ਼ ਸਹੂਲਤ ਮਿਲ ਸਕਦੀ ਹੈ। ਇਹ ਜਨਾ ਰਾਈਟ ਆਂਸਰ। ਤੀਸਰੇ ਨੰਬਰ 'ਤੇ ਹੈ ਫਸਲੀ ਕਰਜ਼ ਪ੍ਰਣਾਲੀ ਅਤੇ ਸੰਸਥਾਗਤ ਕਰਜ਼। ਪਿੰਡਾਂ ਵਿੱਚ ਲੋਕਾਂ ਲਈ ਸੰਸਥਾਗਤ ਕਰਜ਼ ਵਪਾਰਕ ਬੈਂਕਾਂ, ਸਹਿਕਾਰੀ ਸਭਾਵਾਂ, ਪੇਂਡੂ ਖੇਤਰੀ ਬੈਂਕਾਂ ਆਦਿ ਰਾਹੀਂ ਵੱਧ ਕਰਜ਼ ਦਿੱਤਾ ਜਾਵੇ ਅਤੇ ਕਰਜ਼ ਨੂੰ ਫਸਲਾਂ ਰੂਪੀ ਸਿਕਿਉਰਿਟੀ ਦੇ ਰੂਪ ਵਿੱਚ ਅਪਣਾਇਆ ਜਾਵੇ। चौथे नंबर पर है गैर उत्पादित कर्ज का घटाना ਅਤੇ कुशल प्रबंध। किसान ਨੂੰ गैर उत्पादित ਕੰਮਾਂ ਲਈ ਕਰਜ਼ ਘਟਾਇਆ ਜਾਵੇ ਅਤੇ ਕਰਜ਼ ਦੇਣ ਵਾਲੀਆਂ ਸੰਸਥਾਵਾਂ ਦੀ ਪ੍ਰਬੰਧਨ ਪ੍ਰਣਾਲੀ ਸੁਧਾਰੀ ਜਾਵੇ। ਪ੍ਰਬੰਧਕਾਂ ਦਾ ਸੰਬੰਧ ਖੇਤੀ ਨਾਲ ਹੋਵੇ ਅਤੇ ਉਹ ਪਿੰਡਾਂ ਦੇ ਲੋਕਾਂ ਪ੍ਰਤੀ ਹਮਦਰਦੀ ਰੱਖਣ। ਜਦੋਂ ਤੁਸੀਂ ਇਹ ਕਰਨਾ ਸੀ, ਇਹ ਹੋ ਗਿਆ ਤੁਹਾਡਾ। ਨੈਕਸਟ ਅਸੀਂ ਜਾਣ ਲਗਾ ਕੇ ਜਾਂ ਤਾਂ ਇਹ ਕਰਨਾ ਸੀ ਪ੍ਰਦੂਸ਼ਣ ਤੋਂ ਤੁਹਾਡਾ ਕੀ ਮਤਲਬ ਹੈ, ਇਸ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ। ਤਾਂ ਪ੍ਰਦੂਸ਼ਣ ਵਾਲਾ ਕੁਐਸਚਨ ਆਸਾਨ ਹੈ ਤਾਂ ਇਹ ਤੁਹਾਨੂੰ ਕਰਨਾ ਬੈਟਰ ਹੋਣਾ ਆ ਕਿ ਪ੍ਰਦੂਸ਼ਣ ਦਾ ਅਰਥ ਜਦੋਂ ਵਾਤਾਵਰਣ ਵਿੱਚ ਗੈਰ ਲੋੜੀਂਦੇ ਹਾਨੀਕਾਰਕ ਅਤੇ ਖਤਰਨਾਕ ਪਦਾਰਥ ਮਿਲ ਜਾਣ ਤਾਂ ਇਸ ਨੂੰ ਪ੍ਰਦੂਸ਼ਣ ਆਖਦੇ ਹਨ। ਇਸ ਨਾਲ ਹਵਾ, ਪਾਣੀ, ਮਿੱਟੀ ਆਦਿ ਗੰਦਲੇ ਹੋ ਜਾਂਦੇ ਹਨ ਅਤੇ ਜੀਵਨ ਦੀ ਗੁਣਵੱਤਾ ਵਿੱਚ ਕਮੀ ਆਉਂਦੀ ਹੈ। ਪ੍ਰਦੂਸ਼ਣ ਦੀਆਂ ਕਿਸਮਾਂ ਕਹਿੰਦੇ ਇੱਕ ਵਾਯੂ ਹੁੰਦਾ, ਜਲ ਹੁੰਦਾ ਆ, ਹਵਾ ਪ੍ਰਦੂਸ਼ਣ ਹੈ ਨਾ। ਤਾਂ ਵਾਯੂ ਪ੍ਰਦੂਸ਼ਣ ਜੋ ਹੈ, ਵਾਯੂ ਵਿੱਚ ਮੁੱਖ ਤੌਰ 'ਤੇ 21% ਆਕਸੀਜਨ, 1% ਕਾਰਬਨ ਡਾਈਆਕਸਾਈਡ ਅਤੇ 87% ਨਾਈਟ੍ਰੋਜਨ ਦੀ ਮਾਤਰਾ ਪਾਈ ਜਾਂਦੀ ਹੈ। ਇਹ ਯਾਦ ਕਰ ਲਿਓ, 21% ਆਕਸੀਜਨ, 1% ਕਾਰਬਨ ਡਾਈਆਕਸਾਈਡ, 87% ਨਾਈਟ੍ਰੋਜਨ ਦੀ ਮਾਤਰਾ ਪਾਈ ਜਾਂਦੀ ਹੈ। ਉਦਯੋਗਾਂ ਦੇ ਵਿਕਾਸ ਨਾਲ ਵਾਯੂ ਵਿੱਚ ਸਲਫਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਗੈਸਾਂ ਸ਼ਾਮਿਲ ਹੋ ਜਾਂਦੀਆਂ ਹਨ। ਇਹਨਾਂ ਗੈਸਾਂ ਦੇ ਸ਼ਾਮਿਲ ਹੋਣ ਨਾਲ TB, ਦਮਾ, ਖਾਂਸੀ ਆਦਿ ਬਿਮਾਰੀਆਂ ਫੈਲ ਜਾਂਦੀਆਂ ਹਨ। ਇਸ ਨੂੰ ਵਾਯੂ ਪ੍ਰਦੂਸ਼ਣ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਨੈਕਸਟ ਆ ਜਾਣਾ ਕਿ ਜਲ
ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਇਹਨੂੰ ਕਿਹਾ ਜਾਂਦਾ ਹੈ। ਉਦਯੋਗਾਂ ਦੇ ਵਿਕਾਸ ਨਾਲ ਜੋ ਰਸਾਇਣਿਕ ਕੂੜਾ ਕਰਕਟ ਅਤੇ ਗੰਦਾ ਜਲ ਨਿਕਲਦਾ ਹੈ, ਇਸ ਨੂੰ ਨਦੀਆਂ, ਝੀਲਾਂ ਅਤੇ ਨਹਿਰਾਂ ਵਿੱਚ ਛੱਡ ਦਿੱਤਾ ਜਾਂਦਾ ਹੈ। ਇਸ ਨਾਲ ਜ਼ਹਿਰੀਲੇ ਪਦਾਰਥ, ਹਾਨੀਕਾਰਕ ਧਾਤਾਂ ਦੇ ਕਣ ਪਾਣੀ ਵਿੱਚ ਸ਼ਾਮਿਲ ਹੋ ਜਾਂਦੇ ਹਨ। ਜੋ ਹਾਨੀਕਾਰਕ ਤੱਤ ਹੁੰਦੇ ਆ ਜਾਂ ਕਣ ਹੁੰਦੇ ਆ, ਉਹ ਪਾਣੀ ਵਿੱਚ ਸ਼ਾਮਿਲ ਹੋ ਜਾਂਦੇ ਆ। ਇਹ ਪਾਣੀ ਲਈ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਕਾਰਨ ਬਿਮਾਰੀਆਂ ਫੈਲਦੀਆਂ ਹਨ। ਇਸ ਨੂੰ ਜਲ ਪ੍ਰਦੂਸ਼ਣ ਕਿਹਾ ਜਾਂਦਾ ਆ। ਇਸ ਤੋਂ ਬਾਅਦ ਤੀਸਰੇ ਨੰਬਰ 'ਤੇ ਸੀਗੀ ਸ਼ੋਰ ਪ੍ਰਦੂਸ਼ਣ। ਉਦਯੋਗਾਂ ਵਿੱਚ ਮਸ਼ੀਨਾਂ ਦੇ ਚੱਲਣ ਕਾਰਨ ਸ਼ੋਰ ਉਤਪੰਨ ਹੁੰਦਾ ਹੈ। ਜਿਵੇਂ ਗੱਡੀਆਂ ਗੁੱਡੀਆਂ ਚੱਲਦੇ ਆ ਤਾਂ ਕਿੰਨਾ ਆਵਾਜ਼ ਆਉਂਦਾ ਹੈ, ਜਾਂ ਕੋਈ ਫੈਕਟਰੀ ਹੈ ਚੱਲਦਾ ਹੈ, ਕਿੰਨਾ ਆਵਾਜ਼ ਆਉਂਦਾ ਹੈ ਸ਼ੋਰ ਪ੍ਰਦੂਸ਼ਣ ਨੂੰ। ਇਸ ਨਾਲ ਮਜ਼ਦੂਰਾਂ ਦੀ ਸੁਣਨ ਸ਼ਕਤੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਮਸ਼ੀਨਾਂ ਵਿੱਚ ਨਿਕਲਣ ਵਾਲੀਆਂ ਧੂਆਂ ਅਤੇ ਕਣ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਇਸ ਨਾਲ TB, ਦਮਾ, ਰਕਤਚਾਪ ਅਤੇ ਦਿਮਾਗੀ ਤਣਾਅ ਆਦਿ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਹ ਤੁਹਾਡਾ ਹੋ ਜਾਣਾ ਸੀ। ਇਸ ਤੋਂ ਬਾਅਦ ਹੈ ਤੁਹਾਡਾ ਕਿ ਰੈਂਕ ਦੇ ਸਹੀ ਸੰਬੰਧ ਗੁਣਾਂਕ ਦਾ ਪਤਾ ਲਗਾਓ। ਜੇ ਦੋ ਚਰਾਂ ਦਾ ਦਰਜਾ ਹੇਠ ਦਿੱਤਾ ਗਿਆ ਹੈ, ਆ ਤੁਸੀਂ ਦੇਖ ਲੈਣਾ ਆ, ਇੱਥੇ ਤੱਕ ਤੁਹਾਨੂੰ ਮਿਲ ਜਾਣਾ। ਇੱਥੋਂ ਉੱਤਰ ਤੁਹਾਡਾ ਸਟਾਰਟ ਹੋਣਾ ਵਾ, ਤਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਆਪਣੇ ਹਿਸਾਬ ਨਾਲ ਸਮਝ ਲੈਣਾ ਆ। ਇਸ ਤੋਂ ਬਾਅਦ ਨੈਕਸਟ ਅਸੀਂ ਆਪਣਾ ਜੋ ਜਾਂ ਉਹ ਕਰਨਾ ਸੀ, ਜਾਂ ਇਹ ਕਰਨਾ ਹੈ ਕਿ ਸੂਚਕਾਂਕ ਦੀਆਂ ਸੀਮਾਵਾਂ 'ਤੇ ਚਰਚਾ ਕਰੋ। ਸੂਚਕਾਂਕ ਦੀਆਂ ਮੁੱਖ ਸੀਮਾਵਾਂ ਅੱਗੇ ਲਿਖੇ ਅਨੁਸਾਰ ਹਨ। ਸੂਚਕਾਂਕ ਪੂਰਨ ਸੱਚਾਈ ਪ੍ਰਗਟ ਨਹੀਂ ਕਰਦੇ, ਇਹ ਅਨੁਮਾਨਿਤ ਤਬਦੀਲੀ ਦਾ ਗਿਆਨ ਦਿੰਦੇ ਹਨ। ਫਸਟ ਪੁਆਇੰਟ ਹੈ। ਸੂਚਕ ਵਿਸ਼ੇਸ਼ ਉਦੇਸ਼ਾਂ ਅਨੁਸਾਰ ਤਿਆਰ ਕੀਤੇ ਜਾਂਦੇ ਹਨ। ਇਹਨਾਂ ਨੂੰ ਦੂਸਰੇ ਉਦੇਸ਼ਾਂ 'ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਸੂਚਕ ਅੰਕ ਥੋਕ ਕੀਮਤਾਂ ਅਨੁਸਾਰ ਬਣਾਏ ਜਾਂਦੇ ਹਨ। ਇਹਨਾਂ ਨੂੰ ਪਰਚੂਨ ਕੀਮਤਾਂ 'ਤੇ ਲਾਗੂ ਨਹੀਂ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਨੈਕਸਟ ਸੀ ਆਪਣਾ ਕਿ ਸੂਚਕਾਂਕ ਅੰਕਾਂ ਨੂੰ ਵਜ਼ਨ ਵੇਟਸ ਦੇ ਦੇਣ ਦੀ ਕੋਈ ਵਿਗਿਆਨਕ ਵਿਧੀ ਨਹੀਂ ਹੈ। ਸੂਚਕਾਂਕ ਅੰਕਾਂ ਦੁਆਰਾ ਅੰਤਰਰਾਸ਼ਟਰੀ ਤੁਲਨਾ ਨਹੀਂ ਕੀਤੀ ਜਾ ਸਕਦੀ। ਇਸ ਤੋਂ ਬਾਅਦ 6 ਨੰਬਰ 'ਤੇ ਕਿ ਸੂਚਕਾਂਕ ਬਣਾਉਣ ਸਮੇਂ ਵਸਤਾਂ ਦੀ ਗੁਣਵੱਤਾ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ। ਸੂਚਕਾਂਕ ਨੂੰ ਪ੍ਰਯੋਗ ਕਰਨ ਸਮੇਂ ਇਸ ਨੂੰ ਬਣਾਉਣ 'ਤੇ ਪੜਾਵਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ। ਇਹ ਪੁਆਇੰਟ ਸੀ, ਤੁਸੀਂ ਯਾਦ ਕਰ ਲੈਣਾ ਚੰਗੀ ਤਰ੍ਹਾਂ। ਇਸ ਤੋਂ ਬਾਅਦ ਨੈਕਸਟ ਆਪਣੇ ਆ ਜਾਂਦੇ ਕਿ ਲੰਬੇ ਉੱਤਰਾਂ ਵਾਲੇ ਪ੍ਰਸ਼ਨ ਜੋ ਹੈ, 2 ਪ੍ਰਸ਼ਨਾਂ ਦੇ ਉੱਤਰ ਦਿਓ। ਪ੍ਰਸ਼ਨਾਂ ਦੇ ਉੱਤਰ 100 ਜਾਂ 150 ਸ਼ਬਦਾਂ ਵਿੱਚ ਹੋ ਸਕਦੇ ਹਨ। ਹੇਠ ਦਿੱਤੇ ਅੰਕੜਿਆਂ ਤੋਂ ਰਾਸ਼ਟਰੀ ਆਮਦਨ ਅਤੇ ਸ਼ੁੱਧ ਘਰੇਲੂ ਆਮਦਨ ਦਾ ਪਤਾ ਲਗਾਓ। ਤਾਂ ਇਹ ਤੁਹਾਨੂੰ ਆਪ ਦੇਖਣਾ ਪੈਣਾ। ਇਹ ਸੋਲਵ ਕੀਤਾ ਹੋਇਆ ਵਾ, ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇਖ ਲੈਣਾ ਵਾ। ਇੱਥੇ ਸ਼ਾਰਟ ਆਊਟ ਹੋ ਜਾਂਦਾ ਤੁਹਾਡਾ ਆਨਸਰ, ਇੰਨੀ ਦੂਰ 'ਚ ਬਣ ਜਾਂਦਾ ਆ। ਓਕੇ ਨਾ। ਅਸ਼ੁੱਧ ਘਰੇਲੂ ਆਮਦਨ ਹੋ ਗਿਆ, ਬਰਾਬਰ ਹੋ ਗਿਆ ਤੁਹਾਡਾ ਮਜ਼ਦੂਰੀ ਪਲੱਸ ਲਾਭ ਪਲੱਸ ਕਿਰਾਇਆ ਪਲੱਸ ਵਿਆਜ ਪਲੱਸ ਕਰੀ ਜਾਣਾ ਬੱਚੇ ਮਿਸ਼ਰਤ ਆਮਦਨ। ਆ ਸਾਰੇ ਉੱਪਰੋਂ ਟੋਟਲ ਕਰ ਲੈਣਾ ਸਾਰੇ ਤੁਸੀਂ, ਠੀਕ ਹੈ। ਜਿੱਦਾਂ ਦੱਸਿਆ ਹੋਇਆ ਇੱਥੇ ਕਰਕੇ ਆ ਦੇਖ ਲੈਣਾ ਤੁਸੀਂ ਆਪਣਾ। ਲਚਕਦਾਰ ਵਟਾਂਦਰਾ ਦਰ ਤੋਂ ਕੀ ਭਾਵ ਹੈ? ਇਸ ਦੇ ਗੁਣਾਂ ਅਤੇ ਅਵਗੁਣਾਂ ਬਾਰੇ ਵਿਸਥਾਰ ਵਿੱਚ ਚਰਚਾ ਕਰੋ। ਕੋਈ ਵੀ ਕੁਐਸਚਨ ਆ ਸਕਦੇ ਆ, ਤਾਂ ਸੋ ਧਿਆਨ ਨਾਲ ਸੁਣਿਓ ਕਿ ਲਚਕਦਾਰ ਵਟਾਂਦਰਾ ਦਰ ਦਾ ਅਰਥ ਜਿਹੜੀ ਵਟਾਂਦਰਾ ਦਰ ਬਾਜ਼ਾਰ ਦੀਆਂ ਸ਼ਕਤੀਆਂ ਮੰਗ ਅਤੇ ਪੂਰਤੀ ਰਾਹੀਂ ਰੋਜ਼ਾਨਾ ਨਿਰਧਾਰਿਤ ਕੀਤੀ ਜਾਂਦੀ ਹੈ, ਉਸ ਨੂੰ ਲਚਕਦਾਰ ਵਟਾਂਦਰਾ ਦਰ ਆਖਦੇ ਹਨ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਹਰ ਇੱਕ ਦੇਸ਼ ਦੀ ਮੁਦਰਾ ਦੀ ਮੰਗ ਅਤੇ ਪੂਰਤੀ ਰਾਹੀਂ ਨਿਰਧਾਰਿਤ ਹੁੰਦੀ ਹੈ। ਵਟਾਂਦਰਾ ਦਰ ਨੂੰ ਲਚਕਦਾਰ ਜਾਂ ਲੋਚਸ਼ੀਲ ਵਟਾਂਦਰਾ ਦਰ ਆਖਦੇ ਹਨ। ਲੋਚਸ਼ੀਲ ਵਟਾਂਦਰਾ ਦਰ ਦੇ ਗੁਣ। ਇਸ ਵਟਾਂਦਰਾ ਦਰ ਪ੍ਰਣਾਲੀ ਦੇ ਪੱਖ ਵਿੱਚ ਹੇਠ ਲਿਖੇ ਵਿਚਾਰ ਦਿੱਤੇ ਗਏ ਹਨ। ਅੰਤਰਰਾਸ਼ਟਰੀ ਵਪਾਰ ਵਿੱਚ ਵਾਧਾ, ਗਰੋਥ ਆਫ ਇੰਟਰਨੈਸ਼ਨਲ ਟ੍ਰੇਡ। ਲੋਚਸ਼ੀਲ ਵਟਾਂਦਰਾ ਦਰ ਪ੍ਰਣਾਲੀ ਦੇ ਅੰਤਰਗਤ ਅੰਤਰਰਾਸ਼ਟਰੀ ਵਪਾਰ ਵਿੱਚ ਹੋਣ ਵਾਲਾ ਵਾਧਾ ਸਥਿਰ ਵਟਾਂਦਰਾ ਦਰ ਨਾਲੋਂ ਵਧੇਰੇ ਹੁੰਦਾ ਹੈ। ਇਤਿਹਾਸ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਵਿਸ਼ਵ ਯੁੱਧ ਦੇ ਬਾਅਦ ਅੰਤਰਰਾਸ਼ਟਰੀ ਵਪਾਰ ਵਿੱਚ ਵਾਧੇ ਦਾ ਪ੍ਰਮੁੱਖ ਕਾਰਨ ਲੋਚਸ਼ੀਲ ਵਟਾਂਦਰਾ ਦਰ ਸੀ। ਦੂਸਰੇ ਨੰਬਰ 'ਤੇ ਜੋ ਪੁਆਇੰਟ ਆਪਣਾ ਕਿ ਸੁਤੰਤਰ ਆਰਥਿਕ ਨੀਤੀ ਦਾ ਆਧਾਰ। ਇਸ ਪ੍ਰਣਾਲੀ ਨੂੰ ਅਪਣਾਉਣ ਵਾਲੇ ਦੇਸ਼ ਆਪਣੀਆਂ ਆਰਥਿਕ ਪਰਿਸਥਿਤੀਆਂ ਦੇ ਅਨੁਸਾਰ ਨੀਤੀਆਂ ਦਾ ਨਿਰਮਾਣ ਕਰ ਸਕਦੇ ਹਨ ਅਤੇ ਕਿਸੇ
ਅਤੇ ਕਿਸੇ ਵੀ ਦੇਸ਼ ਦੀ ਆਰਥਿਕ ਨੀਤੀ ਨੂੰ ਵਿਦੇਸ਼ੀ ਨੀਤੀਆਂ ਪ੍ਰਭਾਵਿਤ ਨਹੀਂ ਕਰ ਸਕਦੀਆਂ। ਜੇ ਇੱਕ ਦੇਸ਼ ਦੀਆਂ ਆਰਥਿਕ ਨੀਤੀਆਂ ਦੂਜੇ ਦੇਸ਼ ਦੇ ਆਰਥਿਕ ਹਾਲਾਤ ਨੂੰ ਪ੍ਰਭਾਵਿਤ ਕਰਦੀਆਂ ਹਨ ਤਾਂ ਵਟਾਂਦਰਾ ਦਰ ਵਿੱਚ ਪਰਿਵਰਤਨ ਕਰਕੇ ਇਸ ਪ੍ਰਭਾਵ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਤੀਸਰੇ ਨੰਬਰ 'ਤੇ ਆ ਜਾਣਾ ਕਿ ਤੁਹਾਡਾ ਡਾਇਗਰਾਮ ਤੁਸੀਂ ਦੇਖ ਲੈਣਾ ਹੈ, ਜ਼ਰੂਰ ਬਣਾਇਓ। ਭੁਗਤਾਨ ਸੰਤੁਲਨ ਵਿੱਚ ਘਾਟੇ ਦੀ ਸਮੱਸਿਆ ਦਾ ਹੱਲ। ਇੱਥੋਂ ਆਪਣਾ ਆਨਸਰ ਹੈ, ਜੇ ਇੱਕ ਦੇਸ਼ ਦਾ ਭੁਗਤਾਨ ਬਾਕੀ ਪ੍ਰਤੀਕੂਲ ਜਾਂ ਅਨੁਕੂਲ ਹੈ ਤਾਂ ਵਟਾਂਦਰਾ ਦਰ ਵਿੱਚ ਪਰਿਵਰਤਨ ਕਰਕੇ ਸੰਤੁਲਨ ਦੀ ਸਥਿਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਦਾਹਰਣ ਦੇ ਤੌਰ 'ਤੇ ਜਿਵੇਂ ਕਿ ਰੇਖਾ ਚਿੱਤਰ ਵਿੱਚ ਦਰਸਾਇਆ ਗਿਆ ਹੈ, ਜੇ ਇੱਕ ਦੇਸ਼ ਵਿੱਚ ਵਿਦੇਸ਼ੀ ਮੁਦਰਾ ਦੀ ਪੂਰਤੀ ਉਸ ਦੀ ਮੰਗ ਨਾਲੋਂ ਘੱਟ ਹੋਵੇ ਤਾਂ ਭੁਗਤਾਨ ਬਾਕੀ ਵਾਧੇ ਦਾ ਹੋਵੇਗਾ ਅਤੇ ਨਤੀਜੇ ਵਜੋਂ ਵਟਾਂਦਰਾ ਦਰ ਤੁਸੀਂ ਦੇਖ ਲੈਣਾ ਵਾ, ਇਹਨੂੰ 2 ਦਿੱਤਾ ਹੋਇਆ ਤੋਂ ਘੱਟ ਕੇ E0 ਹੋ ਜਾਵੇਗਾ। ਇਸ ਦੇ ਉਲਟ ਜੇ ਵਿਦੇਸ਼ੀ ਮੁਦਰਾ ਦੀ ਮੰਗ ਉਸ ਦੀ ਪੂਰਤੀ ਨਾਲੋਂ ਜ਼ਿਆਦਾ ਹੋਵੇ ਤਾਂ ਭੁਗਤਾਨ ਬਾਕੀ ਵਿੱਚ ਘਾਟੇ ਦੀ ਸਮੱਸਿਆ ਉਤਪੰਨ ਹੋ ਜਾਵੇਗੀ। ਪਰੰਤੂ ਇਹ ਘਾਟਾ ਵਟਾਂਦਰਾ ਦਰ ਵਧਣ ਨਾਲ ਤੁਸੀਂ ਦੇਖ ਲੈਣਾ E1 ਤੋਂ ਲੈ ਕੇ E0 ਆਪਣੇ ਆਪ ਹੀ ਪੂਰਾ ਹੋ ਜਾਵੇਗਾ। 4 ਨੰਬਰ 'ਤੇ ਹੈ ਜੋ ਸੁਤੰਤਰ ਵਪਾਰ ਫ੍ਰੀ ਟ੍ਰੇਡ। ਕੇਵਲ ਲੋਚਸ਼ੀਲ ਵਟਾਂਦਰਾ ਦਰ ਦੇ ਅੰਤਰਗਤ ਸੁਤੰਤਰ ਵਪਾਰ ਨੀਤੀ ਨੂੰ ਅਪਣਾਇਆ ਜਾ ਸਕਦਾ ਹੈ। ਲੋਚਸ਼ੀਲ ਵਟਾਂਦਰਾ ਦਰ ਲਾਗੂ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀਆਂ ਵਪਾਰਕ ਪਾਬੰਦੀਆਂ ਨਹੀਂ ਲਗਾਉਣੀਆਂ ਪੈਂਦੀਆਂ ਹਨ। ਲੋਚਸ਼ੀਲ ਵਟਾਂਦਰਾ ਦਰ ਦੇ ਔਗੁਣ ਤੁਸੀਂ ਦੇਖ ਲੈਣਾ ਡਾਇਗਰਾਮ, ਕਿਉਂਕਿ ਆ ਲੌਂਗ 'ਚ ਲਿਖਣਾ ਸੀ ਨਾ ਕੁਐਸਚਨ, ਤਾਂ ਕਾਫੀ ਵੱਡਾ ਹੋ ਚੱਲਿਆ ਹੈ ਨਾ। ਕਿ ਸੱਟੇਬਾਜ਼ੀ ਦੀਆਂ ਕਿਰਿਆਵਾਂ ਅਨਿਸ਼ਚਿਤਤਾ ਦੇ ਮਾਹੌਲ ਦੇ ਫਲਸਰੂਪ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੱਟੇ ਦੀਆਂ ਕਿਰਿਆਵਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਜਾਵੇਗਾ, ਕਿਉਂਕਿ ਅਨਿਸ਼ਚਿਤਤਾ ਦੇ ਮਾਹੌਲ ਤੋਂ ਲਾਭ ਪ੍ਰਾਪਤ ਕਰਨ ਲਈ ਸੱਟੇਬਾਜ਼ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਕਈ ਪ੍ਰਕਾਰ ਦੀਆਂ ਬੁਰਾਈਆਂ ਨੂੰ ਜਨਮ ਦੇਣਗੇ। ਪਰੰਤੂ ਇਸ ਮਤ ਦੇ ਆਲੋਚਕਾਂ ਦੇ ਅਨੁਸਾਰ ਇਹ ਆਲੋਚਨਾ ਨਿਰਾਧਾਰ ਹੈ, ਕਿਉਂਕਿ ਸੱਟੇਬਾਜ਼ ਹੀ ਵਿਦੇਸ਼ੀ ਮੁਦਰਾ ਦੇ ਖਰੀਦਦਾਰ ਅਤੇ ਵਿਕਰੇਤਾ ਹੁੰਦੇ ਹਨ। ਇਸ ਲਈ ਜਦ ਵਟਾਂਦਰਾ ਦਰ ਸੰਤੁਲਨ ਦੀ ਦਰ ਤੋਂ ਘੱਟ ਹੋਵੇਗੀ ਤਾਂ ਉਹ ਵਿਦੇਸ਼ੀ ਮੁਦਰਾ ਦੇ ਖਰੀਦਦਾਰ ਹੋਣਗੇ, ਅਤੇ ਜਦ ਵਟਾਂਦਰਾ ਦਰ ਸੰਤੁਲਨ ਦਰ ਤੋਂ ਜ਼ਿਆਦਾ ਹੋਵੇਗੀ ਤਾਂ ਵਿਦੇਸ਼ੀ ਮੁਦਰਾ ਦੇ ਵਿਕਰੇਤਾ ਹੋਣਗੇ। ਇਸ ਪ੍ਰਕਾਰ ਆਪਣੇ ਆਪ ਹੀ ਬਾਜ਼ਾਰ ਵਿੱਚ ਸੰਤੁਲਨ ਦੀ ਸਥਿਤੀ ਕਾਇਮ ਹੋ ਜਾਵੇਗੀ, ਜਿਵੇਂ ਕਿ ਦਿੱਤੇ ਰੇਖਾ ਚਿੱਤਰ ਵਿੱਚ ਦਿੱਤਾ ਗਿਆ ਹੈ। ਬਸ ਤੁਸੀਂ ਦੇਖ ਸਕਦੇ ਹੋ। ਸੈਕਿੰਡ ਨੰਬਰ 'ਤੇ ਪੁਆਇੰਟ ਹੈ ਕਿ ਅੰਤਰਰਾਸ਼ਟਰੀ ਤਰਲਤਾ ਦੀ ਸਮੱਸਿਆ। ਲੋਚਸ਼ੀਲ ਵਟਾਂਦਰਾ ਦਰ ਨੀਤੀ ਸੱਟੇਬਾਜ਼ੀ ਦੀਆਂ ਕਿਰਿਆਵਾਂ ਤੋਂ ਉਤਸ਼ਾਹਿਤ ਕਰਨ ਦੇ ਫਲਸਰੂਪ ਤਰਲਤਾ ਦੀ ਸਮੱਸਿਆ ਨੂੰ ਹੋਰ ਗੁੰਝਲਦਾਰ ਰੂਪ ਪ੍ਰਦਾਨ ਕਰਦੀ ਹੈ, ਕਿਉਂਕਿ ਵਿਭਿੰਨ ਦੇਸ਼ਾਂ ਦੇ ਰਹਿਣ ਵਾਲੇ ਲੋਕਾਂ ਵਿੱਚ ਤਰਲਤਾ ਲਈ ਤਰਜੀਹ ਵੱਧ ਜਾਵੇਗੀ ਅਤੇ ਮੁਦਰਾ ਦੀ ਜਮਾਖੋਰੀ ਦੀ ਸਮੱਸਿਆ ਉਤਪੰਨ ਹੋ ਜਾਵੇਗੀ। ਇਸ ਦੇ ਨਤੀਜੇ ਵਜੋਂ ਵਿਆਜ ਦੀ ਦਰ ਵਧੇਗੀ, ਜਿਸ ਦਾ ਦੇਸ਼ ਦੇ ਉਤਪਾਦਨ ਅਤੇ ਰੁਜ਼ਗਾਰ ਦੇ ਪੱਧਰ 'ਤੇ ਬੁਰਾ ਪ੍ਰਭਾਵ ਪਏਗਾ। ਤੀਸਰੇ ਨੰਬਰ 'ਤੇ ਆ ਗਿਆ ਅੰਦਰੂਨੀ ਅਸਥਿਰਤਾ। ਲੋਚਸ਼ੀਲ ਵਟਾਂਦਰਾ ਦਰ ਦੇ ਅੰਤਰਗਤ ਚਾਹੇ ਇੱਕ ਦੇਸ਼ ਦੀ ਸਰਕਾਰ ਸੁਤੰਤਰ ਮੁਦਰਿਕ ਅਤੇ ਵਿੱਤੀ ਨੀਤੀਆਂ ਅਪਣਾ ਸਕਦੀ ਹੈ, ਪਰੰਤੂ ਜਦ ਤੱਕ ਉਤਪਾਦਨ ਦੇ ਸਾਧਨ ਪੂਰਨ ਰੂਪ ਵਿੱਚ ਗਤੀਸ਼ੀਲ ਨਹੀਂ ਹੁੰਦੇ, ਉਸ ਸਮੇਂ ਤੱਕ ਉਸ ਦੇਸ਼ ਦੀ ਸਰਕਾਰ ਲੋਚਸ਼ੀਲ ਵਟਾਂਦਰਾ ਦਰ ਦੇ ਅੰਤਰਗਤ ਅੰਦਰੂਨੀ ਸਥਿਰਤਾ ਦੀ ਪ੍ਰਾਪਤੀ ਨਹੀਂ ਕਰ ਸਕਦੀ। ਗੈਰ ਜ਼ਰੂਰੀ ਪੂੰਜੀ ਪ੍ਰਵਾਹ। ਇਹ ਤੁਹਾਡਾ ਨੈਕਸਟ ਪੁਆਇੰਟ ਹੋ ਜਾਣਾ ਕਿ 4 ਨੰਬਰ 'ਤੇ ਲੋਚਸ਼ੀਲ ਵਟਾਂਦਰਾ ਦਰ ਪ੍ਰਣਾਲੀ ਦੇ ਅੰਤਰਗਤ ਇੱਕ ਦੇਸ਼ ਤੋਂ ਪੂੰਜੀ ਦਾ ਪ੍ਰਵਾਹ ਦੂਜੇ ਦੇਸ਼ਾਂ ਨੂੰ ਅਤੇ ਦੂਸਰੇ ਦੇਸ਼ਾਂ ਤੋਂ ਪੂੰਜੀ ਦਾ ਪ੍ਰਵਾਹ ਉਸ ਦੇਸ਼ ਨੂੰ ਬਹੁਤ ਘੱਟ ਜਾਵੇਗੀ। ਪੂੰਜੀ ਦਾ ਇਸ ਪ੍ਰਕਾਰ ਪ੍ਰਵਾਹ ਦੇਸ਼ ਦੇ ਆਰਥਿਕ ਢਾਂਚੇ ਲਈ ਬਹੁਤ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ। ਇਸ ਤੋਂ ਬਾਅਦ ਨੈਕਸਟ ਅਸੀਂ ਆਪਣਾ ਕੀ ਕੁਐਸਚਨ ਹੈ, ਭਾਰਤੀ ਖੇਤੀ ਦੀਆਂ 6 ਸਮੱਸਿਆ ਬਾਰੇ ਚਰਚਾ ਕਰੋ। ਘੱਟ ਉਤਪਾਦਕਾਂ ਜਾਣਾ ਤੁਹਾਡਾ
ਘੱਟ ਉਤਪਾਦਕਤਾ। ਇਸ ਤੋਂ ਬਾਅਦ ਹੈ ਖੇਤਰੀ ਅਸਮਾਨਤਾ। ਦੇਖ ਲੈਂਦੇ ਹਾਂ ਭਾਰਤ ਵਿੱਚ ਖੇਤੀ ਉਤਪਾਦਕਤਾ ਵਿੱਚ ਵਾਧਾ ਤਾਂ ਹੋਇਆ ਹੈ, ਪਰੰਤੂ ਵਿਸ਼ਵ ਦੇ ਕਈ ਦੇਸ਼ਾਂ ਨਾਲੋਂ ਇਹ ਹੁਣ ਵੀ ਕਾਫੀ ਘੱਟ ਹੈ। ਭਾਰਤ ਵਿੱਚ 2019 ਤੋਂ ਲੈ ਕੇ 20 ਵਿੱਚ ਕਣਕ ਦਾ ਉਤਪਾਦਨ 3507 ਕਿਲੋਗ੍ਰਾਮ ਪ੍ਰਤੀ ਹੈਕਟਰ ਹੈ, ਜਦਕਿ ਹੋਲੈਂਡ ਵਿੱਚ 6550 ਕਿਲੋਗ੍ਰਾਮ ਪ੍ਰਤੀ ਹੈਕਟਰ ਹੈ। ਚਾਵਲ ਦੀ ਪੈਦਾਵਾਰ ਭਾਰਤ ਵਿੱਚ 2659 ਕਿਲੋਗ੍ਰਾਮ ਪ੍ਰਤੀ ਹੈਕਟਰ ਹੈ, ਜਦਕਿ ਸਪੇਨ ਵਿੱਚ 6323 ਕਿਲੋਗ੍ਰਾਮ ਪ੍ਰਤੀ ਹੈਕਟਰ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੀ ਤੁਲਨਾ ਵਿੱਚ ਹੋਰ ਦੇਸ਼ਾਂ ਵਿੱਚ ਫਸਲਾਂ ਦੀ ਉਪਜ ਵਧੇਰੇ ਹੈ। ਇਸ ਤੋਂ ਬਾਅਦ ਨੈਕਸਟ ਪੁਆਇੰਟ ਹੈ ਆਪਣਾ ਕਿ ਖੇਤਰੀ ਅਸਮਾਨਤਾ। ਭਾਰਤੀ ਖੇਤੀ ਵਿੱਚ ਖੇਤਰੀ ਅਸਮਾਨਤਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਭਾਰਤ ਦੇ ਕਈ ਰਾਜਾਂ ਜਿਵੇਂ ਕਿ ਹਰਿਆਣਾ, ਪੰਜਾਬ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਆਦਿ ਵਿੱਚ ਅਨਾਜ ਦਾ ਉਤਪਾਦਨ ਕਾਫੀ ਵਧੀਆ ਹੈ, ਪਰੰਤੂ ਕੁਝ ਰਾਜਾਂ ਜਿਵੇਂ ਕਿ ਬਿਹਾਰ, ਉੜੀਸਾ, ਛੱਤੀਸਗੜ੍ਹ ਆਦਿ ਵਿੱਚ ਖੁਰਾਕ ਅੰਨ ਦੇ ਉਤਪਾਦਨ ਵਿੱਚ ਬਹੁਤ ਘੱਟ ਵਾਧਾ ਹੋਇਆ ਆ। ਘੱਟ ਹੀ ਵਾਧਾ ਹੋਊਗਾ, ਉੱਥੇ ਪਾਣੀ ਪੂਣੀ ਦਾ ਬਹੁਤ ਸਮੱਸਿਆ ਆ। ਆਪਣੇ ਉੜੀਸਾ ਹੋ ਗਏ, ਛੱਤੀਸਗੜ੍ਹ ਹੋ ਗਏ, ਬਿਹਾਰ ਹੋ ਗਏ। ਸੰਸਥਾਗਤ ਤੱਤ। ਭਾਰਤ ਵਿੱਚ ਖੇਤੀ ਉਤਪਾਦਨ ਘੱਟ ਤੋਂ ਘੱਟ ਹੋਣ ਦਾ ਇੱਕ ਕਾਰਨ ਸੰਸਥਾਗਤ ਤੱਤ ਹੈ। ਇਸ ਦਾ ਇੱਕ ਮੁੱਖ ਕਾਰਨ ਭੂ ਮਾਲਕੀ ਪ੍ਰਣਾਲੀ ਰਹੀ ਹੈ। ਭਾਵੇਂ ਆਜ਼ਾਦੀ ਤੋਂ ਬਾਅਦ ਜ਼ਿਮੀਂਦਾਰੀ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ, ਪਰੰਤੂ ਭੂ ਸਵਾਮੀ ਅੱਜ ਵੀ ਮਨਮਾਨੀ ਕਰਦੇ ਹਨ। ਦੂਸਰੇ ਖੇਤਾਂ ਦਾ ਛੋਟਾ ਆਕਾਰ ਵੀ ਭਾਰਤੀ ਖੇਤੀ ਦੇ ਪਛੜੇਪਣ ਦਾ ਕਾਰਨ ਹੈ। ਭਾਰਤ ਵਿੱਚ ਖੇਤਾਂ ਦਾ ਔਸਤ ਆਕਾਰ ਲਗਭਗ 2.3 ਹੈਕਟਰ ਹੈ। ਭੂਮੀ ਦੇ ਚੌਥੇ ਨੰਬਰ 'ਤੇ ਆ ਚੁੱਕੇ ਹਾਂ, ਭੂਮੀ ਤੇ ਜਨਸੰਖਿਆ ਦਾ ਭਾਰ। ਖੇਤੀ ਦੇ ਪਛੜੇਪਣ ਦਾ ਇੱਕ ਮੁੱਖ ਕਾਰਨ ਹੈ ਸਾਡੇ ਦੇਸ਼ ਵਿੱਚ ਖੇਤੀ ਉੱਤੇ ਬਹੁਤ ਵੱਧ ਲੋਕ ਨਿਰਭਰ ਕਰਦੇ ਹਨ। ਭਾਰਤ ਵਿੱਚ ਸਮਾਜਿਕ ਵਾਤਾਵਰਣ ਵੀ ਖੇਤੀ ਲਈ ਰੁਕਾਵਟ ਹੈ। ਭਾਰਤੀ ਕਿਸਾਨ ਅਨਪੜ੍ਹ ਅਤੇ ਅਗਿਆਨੀ ਹੈ, ਇਸ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਆਸਾਨੀ ਨਾਲ ਖੇਤਾਂ 'ਤੇ ਲਾਗੂ ਨਹੀਂ ਕਰ ਸਕਦਾ। ਖੇਤੀ ਦੇ ਪੁਰਾਣੇ ਤਰੀਕੇ। ਭਾਰਤ ਵਿੱਚ ਖੇਤੀ ਕਰਨ ਦਾ ਢੰਗ ਪੁਰਾਣਾ ਹੈ। ਅੱਜ ਵੀ ਪੁਰਾਣੇ ਖੇਤੀ ਯੰਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਟਰੈਕਟਰ ਅਤੇ ਆਧੁਨਿਕ ਖੇਤੀ ਸੰਦਾਂ ਦਾ ਘੱਟ ਪ੍ਰਯੋਗ ਹੁੰਦਾ ਹੈ। ਜ਼ਿਆਦਾ ਉਪਜ ਵਾਲੇ ਬੀਜਾਂ ਦੀ ਵੀ ਘੱਟ ਵਰਤੋਂ ਕੀਤੀ ਜਾਂਦੀ ਹੈ। ਖੇਤੀ ਉਤਪਾਦਨ ਦੇ ਵਾਧੇ ਲਈ ਖਾਦ ਦਾ ਵਧੇਰੇ ਮਹੱਤਵ ਹੈ, ਪਰ ਭਾਰਤ ਦੇ ਕਿਸਾਨ ਉਚਿਤ ਮਾਤਰਾ ਵਿੱਚ ਖਾਦ ਦੀ ਵਰਤੋਂ ਵੀ ਨਹੀਂ ਕਰ ਸਕਦੇ। ਇਸ ਤੋਂ ਬਾਅਦ ਹੈ ਤਕਨੀਕੀ ਤੱਤ। ਤਕਨੀਕੀ ਤੱਤਾਂ ਵਿੱਚ ਸਿੰਚਾਈ ਦੀ ਘੱਟ ਸੁਵਿਧਾ, ਮਾਨਸੂਨ ਦਾ ਜੂਆ, ਮਿੱਟੀ ਦੇ ਦੋਸ਼, ਕਮਜ਼ੋਰ ਪਸ਼ੂ, ਪੁਰਾਣੇ ਯੰਤਰਾਂ ਦੀ ਵਰਤੋਂ, ਫਸਲਾਂ ਦੀਆਂ ਬਿਮਾਰੀਆਂ, ਦੋਸ਼ਪੂਰਵਕ ਵਿਕਰੀ ਪ੍ਰਥਾ, ਸਾਖ ਸੁਵਿਧਾਵਾਂ ਦੀ ਘਾਟ ਆਦਿ ਸ਼ਾਮਲ ਹਨ। ਤਕਨੀਕੀ ਤੱਤ। ਇੱਥੋਂ ਤੱਕ ਤੁਹਾਡਾ ਉਹ ਕੁਐਸਚਨ ਹੋ ਜਾਂਦਾ ਹੈ ਨਾ। ਇਸ ਤੋਂ ਬਾਅਦ ਨੈਕਸਟ ਆਪਣਾ ਸੀ ਕਿ ਜਾਂ ਪਲੀਜ਼ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਦਿਓ ਅਤੇ ਵੀਡੀਓ ਨੂੰ ਫਰੈਂਡਸ ਨਾਲ ਸ਼ੇਅਰ ਕਰ ਦਿਓ, ਉਹ ਵੀ ਸਟੱਡੀ ਕਰ ਸਕਣ। ਭਾਰਤ ਵਿੱਚ ਬੇਰੁਜ਼ਗਾਰੀ ਦੇ 6 ਕਾਰਨ ਦਾ ਵਰਣਨ ਕਰੋ। ਜਨਸੰਖਿਆ ਵਿੱਚ ਤੇਜ਼ੀ ਨਾਲ ਵਾਧਾ। ਇਹ ਤਾਂ ਆਪਣੇ ਵੱਲੋਂ ਵੀ ਜੇ ਨਹੀਂ ਆਉਂਦਾ ਹਨ ਉੱਥੇ ਭੁੱਲ ਵੀ ਗਏ ਤਾਂ ਆਪਣੇ ਵੱਲੋਂ ਵੀ ਕੁਛ ਲਿਖ ਦਿਓ, ਬਸ ਨੰਬਰ ਆਊਗੇ, ਤੁਹਾਨੂੰ ਮਿਲੂਗੇ ਨੰਬਰ। ਜਨਸੰਖਿਆ ਵਿੱਚ ਤੇਜ਼ੀ ਨਾਲ ਵਾਧਾ। ਸਾਡੀ ਜਨਸੰਖਿਆ ਵਿਸ਼ੇਸ਼ ਤੌਰ 'ਤੇ 1951 ਤੋਂ ਬਾਅਦ ਬਹੁਤ ਹੀ ਤੇਜ਼ ਰਫ਼ਤਾਰ ਨਾਲ ਵੱਧ ਰਹੀ ਹੈ। ਹੁਣ ਇਸ ਵਿੱਚ ਸਾਲਾਨਾ ਵਾਧੇ ਦੀ ਦਰ ਲਗਭਗ 2.0% ਰਹੀ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਇਹ ਵੱਧ ਕੇ 121 ਕਰੋੜ ਹੋ ਗਈ ਹੈ ਅਤੇ 2022 ਵਿੱਚ 140 ਕਰੋੜ ਹੋ ਗਈ ਹੈ। ਜਨਸੰਖਿਆ ਵਿੱਚ ਤੇਜ਼ ਵਾਧੇ ਦੇ ਕਾਰਨ ਮਜ਼ਦੂਰਾਂ ਦੀ ਪੂਰਤੀ ਵੀ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ, ਜਦੋਂ ਕਿ ਯੋਜਨਾਵਾਂ ਵਿੱਚ ਕੀਤੇ ਗਏ ਯਤਨਾਂ ਦੇ ਬਾਵਜੂਦ ਵੀ ਮਜ਼ਦੂਰਾਂ ਦੇ ਲਈ ਰੁਜ਼ਗਾਰ ਦੇ ਮੌਕੇ ਉਨੀ ਤੇਜ਼ੀ ਨਾਲ ਨਹੀਂ ਵਧ ਰਹੇ ਜਿੰਨੀ ਤੇਜ਼ੀ ਨਾਲ ਮਜ਼ਦੂਰਾਂ ਦੀ ਸੰਖਿਆ ਵਧ ਰਹੀ ਹੈ। ਇਸ ਲਈ ਬੇਰੁਜ਼ਗਾਰੀ ਵਿੱਚ ਪ੍ਰਤੀ ਸਾਲ ਵਾਧਾ ਹੋ ਰਿਹਾ ਹੈ। ਖੇਤੀਬਾੜੀ ਇੱਕ ਮੌਸਮੀ ਕਿੱਤਾ। ਖੇਤੀਬਾੜੀ ਵਿੱਚ ਭਾਰਤ ਵਿੱਚ
ਇੱਕ ਪ੍ਰਮੁੱਖ ਕਿੱਤਾ ਹੈ ਅਤੇ ਭਾਰਤ ਦੀ ਜਨਸੰਖਿਆ ਦਾ ਵੱਡਾ ਹਿੱਸਾ ਇਸ ਖੇਤਰ ਵਿੱਚ ਲੱਗਾ ਹੋਇਆ ਹੈ। ਪਰ ਭਾਰਤ ਦੀ ਖੇਤੀਬਾੜੀ ਪਛੜੀ ਹੋਈ ਹੈ। ਇਸ ਵਿੱਚ ਕਿਸਾਨਾਂ ਨੂੰ ਸਾਰਾ ਸਾਲ ਕੰਮ ਨਹੀਂ ਮਿਲਦਾ ਅਤੇ ਉਹ ਕੋਈ 3 ਤੋਂ 4 ਮਹੀਨਿਆਂ ਤੱਕ ਖਾਲੀ ਰਹਿੰਦੇ ਹਨ। ਖੇਤੀਬਾੜੀ ਵਿੱਚ ਛੁਪੀ ਹੋਈ ਬੇਕਾਰੀ ਹੈ ਅਤੇ ਕੋਈ 20 ਤੋਂ 25% ਲੋਕ ਛੁਪੇ ਹੋਏ ਬੇਕਾਰ ਹਨ। ਇਹ ਇਸ ਤੋਂ ਬਾਅਦ ਤੀਸਰੇ ਨੰਬਰ 'ਤੇ ਪੁਆਇੰਟ ਜੋ ਹੈ ਕਿ ਲਘੂ ਅਤੇ ਕੁਟੀਰ ਉਦਯੋਗਾਂ ਵੱਲ ਅਣਗਹਿਲੀ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲਘੂ ਅਤੇ ਕੁਟੀਰ ਉਦਯੋਗ ਕਿਰਤ ਪ੍ਰਦਾਨ ਕਰਦੇ ਹਨ ਭਾਵ ਕਿਰਤ ਦੀ ਇਸ ਵਿੱਚ ਜ਼ਿਆਦਾ ਲੋੜ ਹੁੰਦੀ ਹੈ, ਪਰੰਤੂ ਭਾਰਤ ਵਿੱਚ ਇਹਨਾਂ ਉਦਯੋਗਾਂ ਦਾ ਪੂਰਨ ਰੂਪ ਵਿੱਚ ਵਿਕਾਸ ਨਹੀਂ ਕੀਤਾ ਗਿਆ। ਉਦਯੋਗਿਕ ਵਿਕਾਸ ਦੀ ਨੀਵੀਂ ਦਰ ਵੱਖ-ਵੱਖ ਸਮੱਸਿਆ ਜਿਵੇਂ ਬਿਜਲੀ ਦੀ ਘੱਟ ਉੱਨਤ ਮਸ਼ੀਨਾਂ ਅਤੇ ਤਕਨੀਕਾਂ ਆਦਿ ਕਰਕੇ ਉਦਯੋਗਿਕ ਵਿਕਾਸ ਦੀ ਦਰ ਵੀ ਕਾਫੀ ਮੱਧਮ ਰਹੀ ਹੈ, ਜਿਸ ਨਾਲ ਸ਼ਹਿਰੀ ਇਲਾਕਿਆਂ ਵਿੱਚ ਬੇਰੁਜ਼ਗਾਰੀ ਬਹੁਤ ਹੀ ਤੇਜ਼ ਦਰ ਨਾਲ ਵਧੀ ਹੈ। ਭਾਵ ਉਦਯੋਗਿਕ ਵਿਕਾਸ ਦੀ ਘੱਟ ਦਰ ਵੀ ਬੇਰੁਜ਼ਗਾਰੀ ਲਈ ਜ਼ਿੰਮੇਵਾਰ ਹੈ। ਓਕੇ ਨਾ। ਇਸ ਤੋਂ ਬਾਅਦ ਨੈਕਸਟ 5ਵੇਂ ਨੰਬਰ 'ਤੇ ਪੁਆਇੰਟ ਹੈ ਕਿ ਦੋਸ਼ਪੂਰਨ ਸਿੱਖਿਆ ਪ੍ਰਣਾਲੀ। ਸਾਡੀ ਸਿੱਖਿਆ ਪ੍ਰਣਾਲੀ ਰੁਜ਼ਗਾਰ ਕੇਂਦਰਿਤ ਨਹੀਂ ਰਹੀ ਹੈ। ਹਰ ਸਾਲ ਸਾਡੇ ਸਕੂਲਾਂ ਅਤੇ ਕਾਲਜਾਂ ਵਿੱਚੋਂ ਲੱਖਾਂ ਦੀ ਸੰਖਿਆ ਵਿੱਚ ਲੜਕੇ ਅਤੇ ਲੜਕੀਆਂ ਪੜ੍ਹ ਲਿਖ ਕੇ ਬਾਹਰ ਆਉਂਦੇ ਹਨ, ਜਿਨ੍ਹਾਂ ਦੀ ਕਿਰਤ ਬਾਜ਼ਾਰ ਵਿੱਚ ਕੋਈ ਵੀ ਪੁੱਛਗਿੱਛ ਨਹੀਂ ਹੁੰਦੀ। ਅੱਜ ਵੀ ਭਾਰਤ ਵਿੱਚ ਉਦਾਰ ਸਿੱਖਿਆ ਦੇਣ ਵਾਲੇ ਸਕੂਲਾਂ ਅਤੇ ਕਾਲਜਾਂ ਦੀ ਭਰਮਾਰ ਹੈ, ਜੋ ਕਿ ਸਾਡੇ ਵਰਤਮਾਨ ਸਥਿਤੀ ਦੇ ਬਿਲਕੁਲ ਅਨੁਕੂਲ ਨਹੀਂ ਹੈ। ਰੁਜ਼ਗਾਰ ਮੁਖੀ ਸਿੱਖਿਆ ਦੀ ਘਾਟ ਹੈ ਅਤੇ ਫਲਸਰੂਪ ਬੇਕਾਰੀ ਵਧੀ ਹੈ। ਨੌਕਰੀ ਅੱਜ ਕੱਲ੍ਹ ਕਿੱਥੇ ਮਿਲਦਾ। ਤਾਂ ਹੀ ਮੈਂ ਤੁਹਾਨੂੰ ਕਹਿੰਦਾ ਆ, ਆਪਣਾ ਦਿਮਾਗ ਚਲੋ, ਆਪਣਾ ਇੱਕ ਬਿਜ਼ਨਸ ਸਟਾਰਟ ਕਰੋ। ਆਈਡੀਆ ਦੇ ਦੂੰਗਾ ਮੈਂ ਤੁਹਾਨੂੰ। ਆਪਾਂ ਨਾ ਇੱਕ ਵੀਡੀਓ ਲੈ ਕੇ ਆਵਾਂਗੇ ਮੋਟੀਵੇਸ਼ਨਲ, ਉਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਣਾ। ਅਤੇ ਇੱਕ ਮੋਟੀਵੇਸ਼ਨਲ ਵੀਡੀਓ ਬਣਾਇਆ ਹੋਇਆ ਵਾ, ਪਲੇਲਿਸਟ ਵਿੱਚ ਜਾ ਕੇ ਵਾਚ ਕਰ ਲਿਓ, ਮੈਂ ਲਿੰਕ ਥੱਲੇ ਡਿਸਕ੍ਰਿਪਸ਼ਨ 'ਚ ਪਾ ਦੇਣਾ ਆ। 6ਵੇਂ ਨੰਬਰ 'ਤੇ ਹੈ ਕਿ ਪੂੰਜੀ ਅਤੇ ਕੱਚੇ ਮਾਲ ਦੀ ਘਾਟ। ਭਾਰਤ ਵਿੱਚ ਪੂੰਜੀ ਅਤੇ ਕੱਚੇ ਮਾਲ ਜਿਵੇਂ ਕੋਇਲੇ, ਲੋਹੇ, ਊਰਜਾ, ਸਿੰਚਾਈ ਆਦਿ ਦੀ ਕਮੀ ਕਾਰਨ ਅਰਥ ਵਿਵਸਥਾ ਵਿੱਚ ਸਥਾਪਿਤ ਸਮਰੱਥਾ ਦਾ ਪੂਰਾ ਪ੍ਰਯੋਗ ਨਹੀਂ ਹੋ ਪਾਉਂਦਾ। ਇਸ ਕਾਰਨ ਰੁਜ਼ਗਾਰ ਦੇ ਕਈ ਮੌਕੇ ਘੱਟ ਜਾਂਦੇ ਹਨ। ਉਦਯੋਗਾਂ ਅਤੇ ਖੇਤੀ ਵਿੱਚ ਪੂਰੀ ਤਰ੍ਹਾਂ ਉਤਪਾਦਨ ਅਤੇ ਰੁਜ਼ਗਾਰ ਨਾ ਵਧਣ ਨਾਲ ਅਰਥ ਵਿਵਸਥਾ ਦੀ ਵਿਕਾਸ ਦਰ ਹੋਰ ਘੱਟ ਜਾਂਦੀ ਹੈ ਅਤੇ ਅੱਗੇ ਬੇਰੁਜ਼ਗਾਰੀ ਨੂੰ ਵਧਾਉਂਦੀ ਹੈ। ਇੱਥੇ ਤੁਹਾਡਾ ਪੇਪਰ ਹੋ ਜਾਂਦਾ ਹੈ ਖਤਮ। ਜੇ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰ ਲਿਓ। PDF ਫਾਈਲ ਲਈ ਟੈਲੀਗ੍ਰਾਮ ਨੂੰ ਜੁਆਇਨ ਕਰਕੇ ਡਾਊਨਲੋਡ ਕਰ ਲਿਓ। ਓਕੇ ਬਾਏ, ਟੇਕ ਕੇਅਰ, ਕੀਪ ਸਮਾਈਲਿੰਗ।